गुड मॉर्निंग स्टूडेंट्स। ਅੱਜ ਆਪਾਂ ਪੰਜਾਬੀ ਦਾ ਪਾਠ 2 ਬਚਪਨ ਦੀ ਦੋਸਤੀ ਪੜਾਂਗੇ, ਜਿਸ ਦੇ ਵਿੱਚ ਕੀ ਆਪਾਂ ਨੂੰ ਕ੍ਰਿਸ਼ਨ ਅਤੇ ਸੁਦਾਮਾ ਜੀ ਦੀ ਦੋਸਤੀ ਦਾ ਵਰਣਨ ਕੀਤਾ ਗਿਆ ਹੈ ਕਿ ਉਹਨਾਂ ਦੀ ਦੋਸਤੀ ਬਹੁਤ ਜ਼ਿਆਦਾ ਜਿਹੜੀ ਕਿ ਵਧੀਆ ਸੀ। ਉਹ ਕ੍ਰਿਸ਼ਨ ਜੀ ਅਮੀਰ ਹੁੰਦੇ ਹੋਏ ਵੀ ਇੱਕ ਗਰੀਬ ਬ੍ਰਾਹਮਣ ਦੇ ਇੰਨੇ ਚੰਗੇ ਮਿੱਤਰ ਸਨ ਕਿ ਹਰ ਸਮੇਂ ਜਿਹੜੀ ਕਿ ਉਸ ਦੀ ਮਦਦ ਕਰਨ ਦੇ ਵਾਸਤੇ ਤਿਆਰ ਰਹਿੰਦੇ ਸਨ। ਪਾਠ ਦਾ ਉਦੇਸ਼ ਵਿਦਿਆਰਥੀਆਂ ਨੂੰ ਸ਼੍ਰੀ ਕ੍ਰਿਸ਼ਨ ਅਤੇ ਸੁਦਾਮੇ ਦੀ ਦੋਸਤੀ ਬਾਰੇ ਦੱਸਿਆ ਹੈ ਕਿ ਕਿਵੇਂ ਕ੍ਰਿਸ਼ਨ ਜੀ ਨੇ ਅਮੀਰ ਹੁੰਦਿਆਂ ਵੀ ਗਰੀਬ ਨਾਲ ਦੋਸਤੀ ਨਿਭਾਉਂਦੇ ਹਨ। ਪਿਆਰੇ ਬੱਚਿਓ, ਦੁਨੀਆ ਵਿੱਚ ਕ੍ਰਿਸ਼ਨ ਸੁਦਾਮਾ ਦੀ ਦੋਸਤੀ ਬਹੁਤ ਪ੍ਰਸਿੱਧ ਹੈ। ਜਿਵੇਂ ਬਚਪਨ ਵਿੱਚ ਤੁਸੀਂ ਬਹੁਤ ਸਾਰੇ ਦੋਸਤ ਬਣਾਉਂਦੇ ਹੋ, ਇਸੇ ਤਰ੍ਹਾਂ ਕ੍ਰਿਸ਼ਨ ਜੀ ਅਤੇ ਸੁਦਾਮੇ ਦੀ ਦੋਸਤੀ ਬਚਪਨ ਵਿੱਚ ਹੀ ਹੋ ਗਈ ਸੀ। ਉਸ ਵੇਲੇ ਸਕੂਲ ਜਾਂ ਮਦਰਸੇ ਨਹੀਂ ਸਨ ਹੁੰਦੇ। ਬੱਚਿਆਂ ਨੂੰ ਪੜ੍ਹਾਈ ਕਰਨ ਲਈ ਕਿਸੇ ਗੁਰੂ ਦੇ ਆਸ਼ਰਮ ਵਿੱਚ ਜਾ ਕੇ ਰਹਿਣਾ ਪੈਂਦਾ ਸੀ। ਗੁਰੂ ਓਨੀ ਦੇਰ ਆਪਣੇ ਸ਼ਿਸ਼ਿਆਂ ਨੂੰ ਆਪਣੇ ਆਸ਼ਰਮ ਵਿੱਚ ਰੱਖਦੇ ਸਨ ਜਦੋਂ ਤੱਕ ਉਹ ਪਰਿਪੱਕ ਨਹੀਂ ਸਨ ਹੋ ਜਾਂਦੇ। ਸ਼ਿਸ਼ਿਆਂ ਨੂੰ ਵੀ ਗੁਰੂ ਦਾ ਹਰ ਕਹਿਣਾ ਖਿੜੇ ਮੱਥੇ ਮੰਨਣਾ ਪੈਂਦਾ ਸੀ। ਮਦਰਸੇ ਯਾਨੀ ਕਿ ਉਸ ਸਮੇਂ ਦੇ ਵਿੱਚ ਜਿਹੜੇ ਕਿ ਸਕੂਲ ਵਗੈਰਾ ਨਹੀਂ ਹੁੰਦੇ ਸਨ, ਗੁਰੂ ਦੇ ਆਸ਼ਰਮ ਦੇ ਵਿੱਚ ਜਾ ਕੇ ਸ਼ਿਸ਼ ਮਤਲਬ ਵਿਦਿਆਰਥੀਆਂ ਨੂੰ, ਬੱਚਿਆਂ ਨੂੰ ਜਾ ਕੇ ਉੱਥੇ ਸਿੱਖਿਆ ਗ੍ਰਹਿਣ ਕਰਨੀ ਪੈਂਦੀ ਸਨ। ਜਦੋਂ ਤੱਕ ਉਹ ਆਪਣੀ ਸਿੱਖਿਆ ਦੇ ਵਿੱਚ ਪੂਰੀ ਤਰ੍ਹਾਂ ਨਿਪੁੰਨ ਨਹੀਂ ਹੋ ਜਾਂਦੇ ਸਨ, ਉਹਨਾਂ ਨੂੰ ਗੁਰੂ ਦਾ ਹਰ ਇੱਕ ਕਹਿਣਾ ਮੰਨਦੇ ਹੋਏ ਉਹਨਾਂ ਦੇ ਆਸ਼ਰਮ ਵਿੱਚ ਹੀ ਰਹਿਣਾ ਪੈਂਦਾ ਸੀ। ਆਸ਼ਰਮ, ਜਿਨ੍ਹਾਂ ਨੂੰ ਗੁਰੂਕੁਲ ਵੀ ਕਹਿੰਦੇ ਹਨ, ਦੇ ਹਰੇਕ ਕਾਇਦੇ ਕਾਨੂੰਨ ਨੂੰ ਮੰਨਣਾ ਪੈਂਦਾ ਸੀ। ਕਾਇਦੇ ਕਾਨੂੰਨ ਮਤਲਬ ਜਿਹੜੇ ਵੀ ਉੱਥੋਂ ਦੇ ਡਿਸਿਪਲਨ ਦੇ ਵਿੱਚ, ਅਨੁਸ਼ਾਸਨ ਦੇ ਵਿੱਚ ਕਾਨੂੰਨ ਬਣਾਏ ਜਾਂਦੇ ਸਨ, ਬੱਚਿਆਂ ਨੂੰ ਉਹਨਾਂ ਦੀ ਪਾਲਣਾ ਕਰਨੀ ਪੈਂਦੀ ਸੀ। ਗੁਰੂ ਦੀ ਨਿਗਾਹ ਵਿੱਚ ਹੀ ਰਾਜਾ ਗਰੀਬ ਸਭ ਇੱਕ ਬਰਾਬਰ ਹੁੰਦੇ ਸਨ। ਉਹਨਾਂ ਦੇ ਅਧਿਆਪਕ ਦੀ ਨਜ਼ਰ ਦੇ ਵਿੱਚ, ਗੁਰੂ ਦੀ ਨਜ਼ਰ ਦੇ ਵਿੱਚ ਕੋਈ ਅਮੀਰ ਕੋਈ ਗਰੀਬ ਨਹੀਂ ਸਨ, ਸਾਰੇ ਹੀ ਇੱਕ ਬਰਾਬਰ ਸਨ। ਜਿਵੇਂ ਕ੍ਰਿਸ਼ਨ ਜੀ ਰਾਜੇ ਮਹਾਰਾਜਿਆਂ ਦੇ ਪਰਿਵਾਰ ਵਿੱਚੋਂ ਸਨ ਤੇ ਸੁਦਾਮਾ ਇੱਕ ਸਧਾਰਨ ਪਰਿਵਾਰ ਵਿੱਚੋਂ ਸੀ। ਗੁਰੂ ਦੋਵਾਂ ਨੂੰ ਇੱਕੋ ਨਜ਼ਰ ਨਾਲ ਦੇਖਦੇ ਸਨ। ਇੱਕੋ ਨਜ਼ਰ ਨਾਲ ਮਤਲਬ ਇੱਕ ਸਮਾਨ ਦੇਖਣਾ। ਇੱਕੋ ਜਿਹੀ ਪੜ੍ਹਾਈ ਕਰਾਉਂਦੇ, ਇੱਕੋ ਜਿਹਾ ਖਾਣਾ ਪੀਣਾ ਰਹਿਣ ਸਹਿਣ ਹੁੰਦਾ। ਇਹਨਾਂ ਦੋਹਾਂ ਦੇ ਬਚਪਨ ਦੀ ਇੱਕ ਕਹਾਣੀ ਬੜੀ ਪ੍ਰਸਿੱਧ ਹੈ। ਦੋਵੇਂ ਦੋਸਤ ਜੰਗਲ ਵਿੱਚ ਲੱਕੜੀਆਂ ਕੱਟਣ ਗਏ ਹੋਏ ਸਨ ਕਿ ਅਚਾਨਕ ਜ਼ੋਰਦਾਰ ਤੂਫਾਨ ਆ ਗਿਆ। ਬਰਫਾਨੀ ਹਵਾ ਦੇ ਚੱਲਣ ਨਾਲ ਦੋਵਾਂ ਦੇ ਦੰਦ ਵੱਜਣ ਲੱਗੇ। ਦੰਦ ਵੱਜਣੇ ਮਤਲਬ ਕਿ ਬਹੁਤ ਜ਼ਿਆਦਾ ਠੰਡ ਦੇ ਨਾਲ ਉਹਨਾਂ ਦੇ ਦੰਦ ਵੱਜਣ ਲੱਗੇ। ਦੋਵਾਂ ਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੋਈ ਸੀ। ਸੁਦਾਮੇ ਨੇ ਕੀ ਕੀਤਾ, ਆਪਣੀ ਧੋਤੀ ਦੇ ਪੱਲੇ ਨਾਲ ਬੰਨੀ ਇੱਕ ਪੋਟਲੀ ਜਹੀ ਖੋਲੀ ਤੇ ਉਸ ਵਿੱਚੋਂ ਛੋਲੇ ਕੱਢ ਕੇ ਖਾਣ ਲੱਗਾ। ਕ੍ਰਿਸ਼ਨ ਜੀ ਨੇ ਪੁੱਛਿਆ, ਸੁਦਾਮਾ ਕੀ ਖਾ ਰਹੇ ਹੈ? ਸੁਦਾਮਾ ਬੋਲਿਆ, ਕੁਝ ਨਹੀਂ, ਮੇਰੇ ਠੰਡ ਨਾਲ ਦੰਦ ਵੱਜ ਰਹੇ ਹਨ। ਕ੍ਰਿਸ਼ਨ ਜੀ ਜਾਨੀ ਜਾਨ ਸਨ ਮਤਲਬ ਕਿ ਉਹ ਭਗਵਾਨ ਸਨ, ਇਸ ਲਈ ਉਹ ਹਰ ਇੱਕ ਗੱਲ ਚੰਗੀ ਤਰ੍ਹਾਂ ਜਾਣਦੇ ਸਨ। ਉਹ ਸੁਦਾਮੇ ਦੀ ਨੀਅਤ ਨੂੰ ਸਮਝ ਗਏ, ਪਰੰਤੂ ਉਸ ਨੂੰ ਕੁਝ ਨਾ ਕਿਹਾ। ਜਦੋਂ ਦੋਵੇਂ ਦੋਸਤ ਪੜ੍ਹ ਲਿਖ ਕੇ ਕਿਸੇ ਯੋਗ ਹੋ ਗਏ ਮਤਲਬ ਉਹ ਆਪਣੀ ਸਿੱਖਿਆ ਦੇ ਵਿੱਚ ਨਿਪੁੰਨ ਹੋ ਗਏ, ਤਾਂ ਗੁਰੂ ਨੇ ਉਹਨਾਂ ਨੂੰ ਘਰੀ ਭੇਜ ਦਿੱਤਾ ਕਿ ਉਹ ਆਪਣੇ ਘਰ ਵਾਪਿਸ ਆ ਗਏ। ਕ੍ਰਿਸ਼ਨ ਜੀ ਤਾਂ ਸਮਾਂ ਪਾ ਕੇ ਦਵਾਰਕਾ ਦੇ ਰਾਜਾ ਬਣ ਗਏ, ਪਰੰਤੂ ਸੁਦਾਮਾ ਹੋਰ ਗਰੀਬ
ਹੁੰਦਾ ਗਿਆ। ਉਸ ਕੋਲ ਨਿਆਣਿਆਂ ਦਾ ਭੁੱਖ ਨਾਲ ਵਿਲਕਣਾ ਵੇਖਿਆ ਨਾ ਜਾਂਦਾ। ਜਦੋਂ ਪਤਨੀ ਉਸ ਨੂੰ ਕੁਝ ਕਰਨ ਲਈ ਕਹਿੰਦੀ ਤਾਂ ਆਖਦਾ, ਮੈਂ ਕੀ ਕਰਾਂ, ਕਿਸ ਦੇ ਘਰ ਵਿੱਚ ਡਾਕਾ ਮਾਰਾਂ, ਮੇਰੀ ਕਿਸਮਤ ਵਿੱਚ ਹੀ ਗਰੀਬੀ ਲਿਖੀ ਹੈ, ਮੈਂ ਤਾਂ ਕੀ ਕਰ ਸਕਦਾ ਹਾਂ। ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਇੰਜ ਹੱਥ ਤੇ ਹੱਥ ਰੱਖ ਕੇ ਆਪਣੀ ਕਿਸਮਤ ਨੂੰ ਕੋਸਦੇ ਰਹੋਗੇ ਤਾਂ ਕੁਝ ਨਹੀਂ ਬਣਨਾ। ਹੱਥ ਤੇ ਹੱਥ ਰੱਖ ਕੇ ਬੈਠਣਾ ਮਤਲਬ ਵਿਹਲੇ। ਜੇਕਰ ਆਪਾਂ ਵਿਹਲੇ ਬੈਠੇ ਇਹੀ ਸੋਚੀਏ ਕਿ ਆਪਾਂ ਕੁਝ ਨਹੀਂ ਕਰ ਸਕਦੇ ਤਾਂ ਕੁਝ ਨਹੀਂ ਹੋ ਸਕਦਾ। ਇਸ ਵਾਸਤੇ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਮਿਹਨਤ ਕਰਨੀ ਚਾਹੀਦੀ ਹੈ। ਕੁਝ ਪਾਉਣ ਵਾਸਤੇ ਹੱਥ ਹੀ ਲਾਉਣੇ ਪੈਂਦੇ ਹਨ। ਮਿਹਨਤ ਮੁਸ਼ੱਕਤ ਕਰਨੀ ਹੀ ਪੈਂਦੀ ਹੈ। ਕਿਸੇ ਨੇ ਸਾਡੇ ਘਰ ਆ ਕੇ ਨਹੀਂ ਦੇ ਜਾਣਾ। ਇੱਕ ਦਿਨ ਪਤਨੀ ਥੋੜਾ ਔਖੀ ਹੁੰਦੀ ਬੋਲੀ ਕਿ ਉਹ ਭੁੱਖ ਤੋਂ ਬਹੁਤ ਪਰੇਸ਼ਾਨ ਸਨ। ਇੰਨੀ ਜ਼ਿਆਦਾ ਗਰੀਬੀ ਸੀ, ਇਸ ਲਈ ਉਸਦੀ ਪਤਨੀ ਉਸਦੇ ਨਾਲ ਗੁੱਸੇ ਵਿੱਚ ਬੋਲਦੀ ਹੈ। ਪਤਨੀ ਦੀਆਂ ਗੱਲਾਂ ਸੁਣ ਕੇ ਸੁਦਾਮਾ ਚੁੱਪ ਹੀ ਕਰ ਗਿਆ। ਉਸ ਨੂੰ ਪਤਾ ਸੀ ਕਿ ਉਹ ਸਹੀ ਕਹਿ ਰਹੀ ਹੈ, ਪਰ ਉਹ ਵੀ ਮਜਬੂਰ ਸੀ। ਹੁਣ ਕੁਝ ਨਹੀਂ ਬੋਲਦੇ ਕਿਉਂ ਨਹੀਂ? ਇੰਜ ਛੁੰਨ-ਵੱਟਾ ਜਿਹੇ, ਛੁੰਨ ਨਹੀਂ, ਇੱਥੇ ਸ਼ਬਦ ਹੈ ਸੁੰਨ ਵੱਟਾ ਜਿਹੇ ਹੋ ਕੇ ਕਿਉਂ ਬਹਿ ਗਏ? ਮੈਂ ਕਹਿੰਨੀ ਆ ਕੁਝ ਕਰੋ। ਪਤਨੀ ਫਿਰ ਉਸੇ ਆਵਾਜ਼ ਵਿੱਚ ਬੋਲੀ, ਦੱਸ ਮੈਂ ਕੀ ਕਰਾਂ? ਤੁਸੀਂ ਬਹੁਤ ਕੁਝ ਕਰ ਸਕਦੇ ਹੋ ਜੇ ਕਰਨਾ ਚਾਹੋ ਤਾਂ। ਹਾਂ, ਤੂੰ ਦੱਸ ਮੈਂ ਕੀ ਕਰਾਂ? ਸੁਦਾਮਾ ਖਿਝਦਾ ਹੋਇਆ ਬੋਲਿਆ, ਤੁਸੀਂ ਆਪਣੇ ਦੋਸਤ ਕ੍ਰਿਸ਼ਨ ਕੋਲ ਜਾਓ। ਉਹ ਇਸ ਦੁਨੀਆ ਦੇ ਸਵਾਮੀ, ਉਹ ਸਭ ਦੀ ਸੁਣਦੇ ਹਨ। ਸਾਡੀ ਵੀ ਫਰਿਆਦ ਜ਼ਰੂਰ ਸੁਣਨਗੇ। ਫਰਿਆਦ ਮਤਲਬ ਪੁਕਾਰ, ਬੇਨਤੀ। ਪਤਨੀ ਮਸ਼ਵਰਾ ਦਿੰਦੀ ਬੋਲੀ, ਮਸ਼ਵਰਾ ਮਤਲਬ ਸਲਾਹ। ਉਸਨੇ ਆਪਣੇ ਪਤੀ ਨੂੰ ਸਲਾਹ ਦਿੱਤੀ, ਤੂੰ ਚਾਹੁੰਦੀ ਹੈ ਬਈ ਮੈਂ ਆਪਣੇ ਦੋਸਤ ਕੋਲੋਂ ਜਾ ਕੇ ਭੀਖ ਮੰਗਾ? ਇਹ ਮੇਰੇ ਕੋਲੋਂ ਨਹੀਂ ਹੋਣਾ। ਸੁਦਾਮਾ ਮਜਬੂਰੀ ਜ਼ਾਹਰ ਕਰਦਾ ਬੋਲਿਆ, ਮੈਂ ਕਦੋਂ ਕਹਿੰਨੀ ਆ ਤੁਸੀਂ ਉਸ ਕੋਲੋਂ ਜਾ ਕੇ ਮੰਗੋ? ਉਹ ਸਭ ਜਾਣੀ ਜਾਣ ਹਨ। ਉਹ ਤੁਹਾਡੀ ਹਾਲਤ ਦੇਖ ਕੇ ਉਹ ਸਭ ਸਮਝ ਜਾਣਗੇ। ਠੀਕ ਹੈ, ਜਿਵੇਂ ਤੂੰ ਕਹਿੰਨੀ ਹੈ ਮੈਂ ਚਲਾ ਜਾਂਦਾ ਹਾਂ, ਪਰ ਮੈਂ ਫਿਰ ਕਹਿਣਾ ਮੈਂ ਉਸ ਕੋਲੋਂ ਕੁਝ ਮੰਗਣਾ ਨਹੀਂ। ਲਿਆ ਮੇਰੀ ਸੋਟੀ ਤੇ ਪਰਨਾ। ਹਾਂ ਸੱਚ, ਮੈਂ ਇੰਨੀ ਦੇਰ ਬਾਅਦ ਉਸ ਨੂੰ ਮਿਲਣਾ, ਖਾਲੀ ਹੱਥ ਮਿਲਾਂਗਾ। ਸੁਦਾਮਾ ਜਾਣ ਲਈ ਤਿਆਰ ਹੁੰਦਾ ਬੋਲਿਆ, ਜਰਾ ਠਹਿਰੋ, ਮੈਂ ਕੁਝ ਲਿਆਉਂਦੀ ਹਾਂ। ਪਤਨੀ ਨੇ ਪਰਨੇ ਦੇ ਲੜ ਕੁਝ ਚੌਲ ਬੰਨੇ ਤੇ ਸੁਦਾਮੇ ਨੂੰ ਲਿਆ ਫੜਾਏ। ਇੱਕ ਚੌਲਾਂ ਦੀ ਛੋਟੀ ਜਿਹੀ ਪੋਟਲੀ ਜਹੀ ਦੇਖ ਕੇ ਸੁਦਾਮਾ ਬੋਲਿਆ, ਭਗਵਾਨੇ ਇਹ ਕੀ ਹੈ? ਇਹ ਕੋਈ ਤੋਹਫਾ ਹੈ ਜਾਂ ਮਜ਼ਾਕ ਹੈ? ਉਹ ਵੱਡਾ ਰਾਜਾ, ਮੈਂ ਉਹਦੇ ਲਈ ਤੋਹਫੇ ਵਿੱਚ ਇਹ ਮੁੱਠੀ ਕੁ ਭਰ ਚੌਲ ਲੈ ਕੇ ਜਾਵਾਂਗਾ। ਮੁੱਠੀ ਕੁ ਭਰ ਚੌਲ ਮਤਲਬ ਥੋੜੇ ਜਿਹੇ। ਕਿ ਜਦੋਂ ਉਹ ਆਪਣੀ ਪਤਨੀ ਦੇ ਕਹਿਣ ਤੇ ਆਪਣੇ ਦੋਸਤ ਨੂੰ ਮਿਲਣ ਜਾਂਦਾ ਹੈ ਤਾਂ ਉਸਦੀ ਪਤਨੀ ਉਸ ਨੂੰ ਕੁਝ ਕੁ ਮੁੱਠੀ ਭਰ ਚੌਲ ਉਸ ਦੇ ਪੱਲੇ ਬੰਨ ਕੇ ਦਿੰਦੀ ਹੈ। ਲਾਚਾਰ ਸੁਦਾਮਾ ਬੋਲਿਆ, ਸਵਾਮੀ ਤੁਸੀਂ ਜਿਸ ਨੂੰ ਮਾਮੂਲੀ ਚੀਜ਼ ਜਾਂ ਮਜ਼ਾਕ ਕਹਿ ਰਹੇ ਹੋ, ਤੁਸੀਂ ਵੇਖਣਾ ਤੁਹਾਡੀ ਇਸ ਤੋਹਫੇ ਨੂੰ ਉਹ ਬੜੇ ਸ਼ੌਂਕ ਨਾਲ ਖਾਣਗੇ। ਨਾਲੇ ਭਗਵਾਨ ਤੋਹਫਿਆਂ ਦੇ ਭੁੱਖੇ ਨਹੀਂ ਹੁੰਦੇ, ਉਹ ਤਾਂ ਭਗਤਾਂ ਦੇ ਪਿਆਰ ਦੇ ਭੁੱਖੇ ਹੁੰਦੇ ਹਨ। ਪਤਨੀ ਸਮਝਾਉਂਦਿਆਂ ਬੋਲੀ ਕਿ ਕਿਸ ਤਰ੍ਹਾਂ ਜਿਹੜਾ ਕਿ ਉਹ ਆਪਣੇ ਦੋਸਤ ਦੇ ਵਾਸਤੇ ਆਪਣੀ ਪਤਨੀ ਦੇ ਕਹਿਣ ਤੇ ਉਹ ਮੁੱਠੀ ਕੁ ਭਰ ਚੌਲ ਤੋਹਫੇ ਦੇ ਰੂਪ ਦੇ ਵਿੱਚ ਲੈ ਕੇ ਜਾਂਦਾ ਹੈ। ਸੁਦਾਮਾ ਲੰਮੀਆਂ ਵਾਟਾਂ ਤੈਅ ਕਰਦਾ ਹੋਇਆ, ਵਾਟਾਂ ਮਤਲਬ ਰਸਤਾ, ਹੋਇਆ ਕੁੱਤਿਆਂ ਕੋਲੋਂ ਲੱਤਾਂ ਪੜਵਾਉਂਦਾ ਹੋਇਆ ਕਈ ਦਿਨਾਂ ਦੇ ਸਫ਼ਰ ਕਰਨ ਤੋਂ ਬਾਅਦ
ਆਖਰ ਦਵਾਰਕਾਪੁਰੀ ਕ੍ਰਿਸ਼ਨ ਜੀ ਦੇ ਮਹਿਲਾਂ ਕੋਲ ਪਹੁੰਚ ਹੀ ਗਿਆ। ਉਸ ਦੀ ਹਾਲਤ ਉਸ ਵੇਲੇ ਕਿਸੇ ਫਕੀਰ ਤੋਂ ਘੱਟ ਨਜ਼ਰ ਨਹੀਂ ਸੀ ਆ ਰਹੀ। ਉਸ ਨੂੰ ਮਹਿਲਾਂ ਵੱਲ ਤੱਕਦਾ ਦੇਖ ਕੇ ਦਵਾਰਪਾਲ ਦੌੜਿਆ ਦੌੜਿਆ ਆਇਆ ਤੇ ਬੋਲਿਆ, ਓਏ ਪੰਡਤਾ, ਇੱਥੇ ਕੀ ਕਰ ਰਿਹਾ ਹੈ? ਕਦੀ ਮਹਿਲ ਨਹੀਂ ਦੇਖੇ? ਕਿ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋਈ ਪਈ ਸੀ। ਇਸ ਲਈ ਜਿਹੜੇ ਉਹਨਾਂ ਦੇ ਦਵਾਰਪਾਲ ਸਨ, ਅੰਗ ਰੱਖਿਅਕ ਸਨ, ਉਹ ਦਵਾਰਪਾਲ ਮਤਲਬ ਚੌਂਕੀਦਾਰ, ਦੌੜਿਆ ਦੌੜਿਆ ਆਇਆ ਤੇ ਉਸਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸੁਦਾਮਾ ਬੋਲਿਆ, ਸ਼੍ਰੀਮਾਨ ਜੀ, ਇਨ੍ਹਾਂ ਮਹਿਲਾਂ ਵਿੱਚ ਮੇਰੇ ਬਚਪਨ ਦਾ ਦੋਸਤ ਰਹਿੰਦਾ ਹੈ। ਮੈਂ ਬੜੀ ਦੂਰੋਂ ਚੱਲ ਕੇ ਉਸ ਨੂੰ ਮਿਲਣ ਲਈ ਆਇਆ ਹਾਂ। ਸੁਦਾਮਾ ਨੇ ਦਵਾਰਪਾਲਾਂ ਨੂੰ ਦੱਸਿਆ ਕਿ ਇਨ੍ਹਾਂ ਮਹਿਲਾਂ ਦੇ ਵਿੱਚ ਉਸਦੇ ਬਚਪਨ ਦਾ ਦੋਸਤ ਰਹਿੰਦਾ ਹੈ। ਓਏ, ਕਿਹੜਾ ਤੇਰਾ ਦੋਸਤ? ਜੀ ਕ੍ਰਿਸ਼ਨ। ਹੈ ਕ੍ਰਿਸ਼ਨ ਜੀ? ਦਵਾਰਪਾਲ ਨੇ ਬੜੀ ਹੈਰਾਨੀ ਦੇ ਨਾਲ ਪੁੱਛਿਆ। ਓਏ, ਆ ਮੂੰਹ ਤੇ ਮਸਰਾਂ ਦੀ ਦਾਲ, ਜਾ ਦੌੜ ਜਾ ਇੱਥੋਂ, ਨਹੀਂ ਤਾਂ। ਦਵਾਰਪਾਲ ਸੁਦਾਮੇ ਦਾ ਮਜ਼ਾਕ ਉਡਾਉਂਦਾ ਤਲਖੀ ਨਾਲ ਬੋਲਿਆ ਕਿ ਉਸ ਦੀ ਹਾਲਤ ਦੇਖ ਕੇ ਉਸ ਨੂੰ ਦਵਾਰਪਾਲ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਕ੍ਰਿਸ਼ਨ ਜੀ ਸੁਦਾਮਾ ਦੇ ਦੋਸਤ ਹਨ। ਦਵਾਰਪਾਲ ਦੇ ਬੋਲ ਕਬੋਲ ਸੁਣ ਕੇ ਸੁਦਾਮਾ ਮੁੜਨ ਹੀ ਲੱਗਾ ਸੀ ਕਿ ਇੱਕ ਆਵਾਜ਼ ਨੇ ਉਸ ਨੂੰ ਰੁਕਣ ਲਈ ਮਜਬੂਰ ਕਰ ਦਿੱਤਾ। ਇਹ ਆਵਾਜ਼ ਉਸ ਦੇ ਬਚਪਨ ਦੇ ਦੋਸਤ ਕ੍ਰਿਸ਼ਨ ਜੀ ਦੀ ਸੀ, ਜੋ ਕਹਿ ਰਹੇ ਸਨ, ਸੁਦਾਮਾ, ਤੂੰ ਕਿੱਧਰ? ਇੰਨਾ ਕਹਿੰਦੇ ਹੀ ਉਹ ਨੰਗੇ ਪੈਰੀ ਦੌੜੇ ਆਏ ਤੇ ਸੁਦਾਮਾ ਨੂੰ ਗਲ ਲੱਗ ਕੇ ਕੁੱਟ ਕੇ ਮਿਲੇ। ਕਿ ਜਦੋਂ ਕ੍ਰਿਸ਼ਨ ਜੀ ਨੂੰ ਸੁਦਾਮਾ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਨੰਗੇ ਪੈਰ ਹੀ ਉਸ ਨੂੰ ਮਿਲਣ ਦੇ ਵਾਸਤੇ ਦੌੜੇ ਹੋਏ ਆਏ। ਦੋਵਾਂ ਦੋਸਤਾਂ ਦੇ ਅਥਰੂ ਰੁਕਣ ਦਾ ਨਾਂ ਨਹੀਂ ਸਨ ਲੈ ਰਹੇ। ਆਖਰ ਕ੍ਰਿਸ਼ਨ ਜੀ ਉਸ ਨੂੰ ਫੜ ਕੇ ਆਪਣੇ ਮਹਿਲਾਂ ਵਿੱਚ ਲੈ ਗਏ। ਉਸ ਨੂੰ ਆਪਣੀ ਸ਼ਾਹੀ ਕੁਰਸੀ ਤੇ ਬਿਠਾ ਕੇ ਆਪਣੀ ਪਤਨੀ ਨੂੰ ਆਵਾਜ਼ ਦਿੱਤੀ, ਰੁਕਮਣੀ, ਦੇਖੋ ਕੌਣ ਆਇਆ ਹੈ, ਜਰਾ ਪਾਣੀ ਤਾਂ ਲੈ ਕੇ ਆਓ। ਜਦੋਂ ਰੁਕਮਣੀ ਪਾਣੀ ਲੈ ਆਈ ਤਾਂ ਕ੍ਰਿਸ਼ਨ ਜੀ ਸੁਦਾਮੇ ਦੇ ਪੈਰ ਧੋ ਪੀਣ ਲੱਗੇ। ਨਾਲ ਨਾਲ ਉਹ ਕਹਿ ਰਹੇ ਸਨ, ਰੁਕਮਨ, ਇਹ ਮੇਰਾ ਬਚਪਨ ਦਾ ਯਾਰ ਹੈ ਸੁਦਾਮਾ। ਇਹ ਪਤੀ ਨੂੰ ਆਪਣੇ ਦੋਸਤ ਦੀ ਸੇਵਾ ਕਰਦੇ ਵੇਖ ਕੇ ਉਹ ਵੀ ਆਪਣਾ ਪਤਨੀ ਧਰਮ ਨਿਭਾਉਂਦੀ ਹੋਈ ਸੁਦਾਮੇ ਦੀ ਸੇਵਾ ਵਿੱਚ ਰੁੱਝ ਗਈ। ਕ੍ਰਿਸ਼ਨ ਜੀ ਨੇ ਸੁਦਾਮਾ ਦੇ ਗਲ ਵਿੱਚੋਂ ਪਾਇਆ ਪਰਨਾ ਫੜਿਆ ਤੇ ਬੋਲੇ, ਸੁਦਾਮਾ, ਇਹ ਕੀ ਹੈ? ਭਰਜਾਈ ਨੇ ਮੇਰੇ ਵਾਸਤੇ ਕੀ ਭੇਜਿਆ ਹੈ? ਸੁਦਾਮਾ ਸ਼ਰਮਿੰਦਾ ਹੁੰਦਾ ਬੋਲਿਆ, ਕੁਝ ਨਹੀਂ, ਬਸ ਐਵੇਂ ਹੀ। ਭਰਜਾਈ ਸ਼ਬਦ ਭਾਬੀ ਦੇ ਵਾਸਤੇ ਵਰਤਿਆ ਜਾਂਦਾ ਹੈ ਤੇ ਉਸ ਦੀ ਜਿਹੜੀ ਕਿ ਕ੍ਰਿਸ਼ਨ ਜੀ ਨੇ ਆਪਣੇ ਦੋਸਤ ਸੁਦਾਮਾ ਦੀ ਬਹੁਤ ਸੇਵਾ ਕੀਤੀ। ਕ੍ਰਿਸ਼ਨ ਜੀ ਉਸ ਦੀ ਪਰਵਾਹ ਕੀਤੇ ਬਿਨਾ ਪਰਨੇ ਦਾ ਲੜ ਖੋਲ ਕੇ ਚੋਲਾਂ ਦੇ ਫੱਕੇ ਮਾਰ ਕੇ ਖਾਣ ਲੱਗੇ, ਜਿਹੜੇ ਕਿ ਉਸ ਦੀ ਭਾਬੀ ਨੇ ਉਸ ਵਾਸਤੇ ਭੇਜੇ ਸਨ। ਉਹ ਚੋਲ ਹੈ ਜਿਹੜੇ ਕਿ ਕ੍ਰਿਸ਼ਨ ਜੀ ਖਾਣ ਲੱਗ ਪਏ। ਜਦੋਂ ਥੋੜੇ ਜਿਹੇ ਰਹਿ ਗਏ ਤਾਂ ਪਤਨੀ ਉਹਨਾਂ ਦਾ ਹੱਥ ਫੜਦਿਆਂ ਬੋਲੀ, ਸਵਾਮੀ, ਕੀ ਅੱਜ ਸਭ ਕੁਝ ਆਪਣੇ ਦੋਸਤ ਤੋਂ ਲੁਟਾਉਣ ਦਾ ਇਰਾਦਾ ਹੈ? ਉਸ ਦੇ ਕਹਿਣ ਤੋਂ ਭਾਵ ਸੀ ਕਿ ਜੇ ਕ੍ਰਿਸ਼ਨ ਜੀ ਸਾਰੇ ਚੌਲ ਖਾ ਜਾਂਦੇ ਤਾਂ ਉਹਨਾਂ ਨੇ ਵਾਕਿਆ ਹੀ ਆਪਣਾ ਸਭ ਕੁਝ ਸੁਦਾਮੇ ਨੂੰ ਦੇ ਦੇਣਾ ਸੀ। ਸੁਦਾਮਾ ਕੁਝ ਦਿਨ ਆਪਣੇ ਦੋਸਤ ਕੋਲ ਰਿਹਾ, ਪਰ ਮੰਗਿਆ ਕੁਝ ਨਾ। ਵਿਦਾਇਗੀ ਵੇਲੇ ਵੀ ਉਸਨੇ ਕੁਝ ਨਾ ਕਿਹਾ। ਵਿਦਾਇਗੀ ਮਤਲਬ ਵਾਪਿਸ ਜਾਣ ਦੇ ਸਮੇਂ। ਪਰੰਤੂ ਜਦੋਂ ਉਹ ਆਪਣੇ ਘਰ ਪੁੱਜਾ ਤਾਂ ਉਸਨੇ ਆਪਣੀ ਝੌਂਪੜੀ ਦੀ ਥਾਂ ਇੱਕ ਬਹੁਤ ਸੁੰਦਰ ਮਹਿਲ ਖੜਾ ਦੇਖਿਆ, ਜਿਸ ਵਿੱਚ ਉਸ ਦੀ ਪਤਨੀ ਹਾਰ ਸ਼ਿੰਗਾਰ ਕਰਕੇ ਖੜੀ ਸੀ। ਸੁਦਾਮੇ ਨੂੰ
ਹੈਰਾਨ ਹੁੰਦਿਆਂ ਦੇਖ ਕੇ ਉਹ ਬੋਲੀ, ਸਵਾਮੀ ਆ ਜੋ, ਲੰਘ ਆਓ, ਇਹ ਤੁਹਾਡਾ ਹੀ ਘਰ ਹੈ। ਆਪਣੇ ਦੋਸਤ ਕੋਲੋਂ ਬਿਨਾਂ ਕੁਝ ਮੰਗੇ ਇੰਨਾ ਕੁਝ ਪਾ ਕੇ ਸੁਦਾਮਾ ਹੈਰਾਨ ਰਹਿ ਗਿਆ। ਉਹ ਸਿਰਫ ਇੰਨਾ ਹੀ ਬੋਲ ਸਕਿਆ, ਧੰਨ ਕ੍ਰਿਸ਼ਨ ਕੁਮਾਰ, ਤੂੰ ਧੰਨ ਹੈ, ਤੇਰੀ ਦੋਸਤੀ ਧੰਨ ਹੈ, ਮੈਂ ਤੇਰੇ ਕੁਰਬਾਨ ਜਾਂਦਾ ਹਾਂ। ਇਸ ਪਾਠ ਦੇ ਵਿੱਚ ਕਿ ਕਿਸ ਤਰ੍ਹਾਂ ਦਿਖਾਇਆ ਗਿਆ ਕਿ ਕ੍ਰਿਸ਼ਨ ਜੀ ਇੱਕ ਭਗਵਾਨ ਹੁੰਦੇ ਹੋਏ ਵੀ ਉਹਨਾਂ ਨੇ ਆਪਣੇ ਦੋਸਤ ਸੁਦਾਮਾ, ਜੋ ਕਿ ਇੱਕ ਗਰੀਬ ਬ੍ਰਾਹਮਣ ਸੀ, ਉਸ ਦੇ ਨਾਲ ਆਪਣੀ ਦੋਸਤੀ ਪੂਰੀ ਕਰਕੇ ਵਿਖਾਈ। ਅੱਜ ਵੀ ਉਹਨਾਂ ਦੀ ਦੋਸਤੀ ਨੂੰ ਇਸ ਦੁਨੀਆ ਦੇ ਵਿੱਚ ਯਾਦ ਕੀਤਾ ਜਾਂਦਾ ਹੈ।